सत श्री अकाल जी सारिਆਂ ਨੂੰ। आई होप ਤੁਸੀਂ ਸਾਰੇ बहुत ज़्यादा ਵਧੀਆ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰੂੰਗੀ ਆਇਲਸ ਐਗਜ਼ਾਮ ਦੇ ਬਾਰੇ ਕਿ ਆਇਲਸ ਐਗਜ਼ਾਮ ਦਾ ਮੇਰਾ ਇੰਡੀਆ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਐਕਸਪੀਰੀਅੰਸ ਕਿੱਦਾਂ ਰਿਹਾ ਸੀਗਾ। ਇੰਡੀਆ ਦੇ ਵਿੱਚ ਐਕਸਪੀਰੀਅੰਸ ਮੇਰਾ ਠੀਕ ਠਾਕ ਰਿਹਾ ਸੀਗਾ ਕਿਉਂਕਿ ਮੈਨੂੰ 5 ਬੈਂਡ ਚਾਹੀਦੇ ਸੀਗੇ। 5 ਬੈਂਡ ਦੇ ਲਈ ਮੈਨੂੰ ਕਾਫੀ ਪ੍ਰੈਕਟਿਸ ਕਰਨੀ ਪਈ ਕਿਉਂਕਿ ਮੇਰੀ ਇੰਗਲਿਸ਼ ਦੇ ਉੱਪਰ ਜਿਹੜੀ ਕਮਾਂਡ ਸੀ ਇਟ ਵਾਸ ਵੈਰੀ but I did too much hard work for English and for IELTS exam. But मेरे ਜਿਹੜੇ teacher ਹੁੰਦੇ ਸੀਗੇ they every time they told me you can't get enough band because they know my English is very. Every time they were joking on me but I didn't mind because I know I have a English problem. But later when I got a band 5.5 then they were surprised. They said how you got ਇਹਦੇ ਪਿੱਛੇ ਸਿਰਫ ਇਹੀ ਕਾਰਨ ਸੀਗਾ ਕਿ I did too much hard work and I spent a lots of time with English and I had nobody who can speak English with me, nobody at home and even my friends. I don't have a friend circle too much. I have a limited friends but they were contact with me on a phone and I can't meet them. But I did a too much hard work for English. ਜਦੋਂ ਫਿਰ ਮੈਂ ਕੈਨੇਡਾ ਦੇ ਵਿੱਚ ਆਈ then I faced so much problem with English because after 3 years I have to do IELTS exam again. ਬਟ ਮੈਂ 2 ਵਾਰੀ ਫਿਰ ਇੱਥੇ ਐਗਜ਼ਾਮ ਦਿੱਤਾ ਸੀਗਾ। ਜਦੋਂ ਮੈਂ ਇੱਥੇ ਕੈਨੇਡਾ ਦੇ ਵਿੱਚ ਫਸਟ ਟਾਈਮ ਐਗਜ਼ਾਮ ਦੇਣਾ ਸੀਗਾ ਤਾਂ ਮੈਂ ਕੋਚਿੰਗ ਲਈ ਸੀਗੀ। ਕੋਚਿੰਗ ਦੇ ਉੱਪਰ ਮੈਂ $400-500 ਵੇਸਟ ਕੀਤੇ ਨੇ। $400-500 ਤੁਸੀਂ ਦੇਖ ਸਕਦੇ ਹੋ ਕਿ 20-25 ਹਜ਼ਾਰ ਤੋਂ ਵੀ ਉੱਪਰ ਹੋ ਜਾਂਦਾ ਹੈ ਇੰਡੀਆ ਦਾ ਜੇ ਹੁਣ ਆਪਾਂ ਇਸ ਹਿਸਾਬ ਨਾਲ ਲਗਾਉਂਦੇ ਹਾਂ ਤਾਂ। ਤੇ ਮੈਨੂੰ ਜਦੋਂ ਮੈਂ ਪ੍ਰੈਕਟਿਸ ਕਰ ਰਹੀ ਸੀਗੀ ਕਿਉਂਕਿ ਆਪਾਂ ਨੂੰ ਜਦੋਂ ਆਪਾਂ ਇੰਡੀਆ ਦੇ ਵਿੱਚ ਆਇਲਸ ਕਰਦੇ ਹੁੰਦੇ ਹਾਂ ਨਾ ਤਾਂ teachers they tell everything about one line and how you can do practice and they tell us everything, right? I liked Indian style but when I did here IELTS coaching but here nobody tells you anything else because they knows you know everything you did already back home in India, right? First time I gave exam I got 5 band but with reading 4.5 band but I need in every module 5 bands but ਮੈਨੂੰ 5 ਹੀ ਚਾਹੀਦੇ ਸੀਗੇ ਕਿਉਂਕਿ ਮੈਨੂੰ ਸਪਾਂਸਰਸ਼ਿਪ ਮਿਲੀ ਹੋਈ ਸੀਗੀ ਕਿਉਂਕਿ ਜਿਹੜਾ ਮੇਰਾ ਜਿਸ ਬੇਸ ਦੇ ਉੱਪਰ ਮੈਂ ਆਈ ਹੋਈ ਸੀਗੀ ਤਾਂ ਉਸ ਬੇਸ ਦੇ ਲਈ ਸਿਰਫ 5 ਬੈਂਡ ਹੀ ਚਾਹੀਦੇ ਹੁੰਦੇ ਸੀਗੇ ਬਟ ਮੈਨੂੰ 5.5 ਆ ਗਏ ਸੀਗੇ। ਜਦੋਂ ਮੈਂ ਫਸਟ ਟਾਈਮ ਐਗਜ਼ਾਮ ਦਿੱਤਾ ਸੀਗਾ ਤਾਂ ਫਸਟ ਟਾਈਮ ਐਗਜ਼ਾਮ ਦੇ ਵਿੱਚ ਜਿਹੜੇ ਸ਼ੈਰੀਡਨ ਕਾਲਜ ਦੇ ਵਿੱਚ ਦਿੱਤਾ ਸੀਗਾ। ਸ਼ੈਰੀਡਨ ਕਾਲਜ ਦੇ ਵਿੱਚ ਇੱਕ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਸੀਗੀ ਲਿਸਨਿੰਗ ਦੇ ਵਿੱਚ ਕਿਉਂਕਿ ਲਿਸਨਿੰਗ ਉੱਥੇ ਓਪਨ ਦੇ ਵਿੱਚ ਕਰਵਾਉਂਦੇ ਨੇ। ਜਿੱਦਾਂ ਇੱਦਾਂ ਕਾਫੀ ਵੱਡਾ ਰੂਮ ਹੁੰਦਾ ਆ ਜਿੱਦਾਂ ਅਸੀਂ ਬੋਰਡ ਦੇ ਐਗਜ਼ਾਮ ਨਹੀਂ ਦਿੰਦੇ ਹੁੰਦੇ ਹੈਗੇ ਉੱਦਾਂ ਦਾ। ਉਹ ਤੋਂ ਥੋੜ੍ਹਾ ਜਿਹਾ ਕਹਿ ਸਕਦੇ ਥੋੜ੍ਹਾ ਛੋਟਾ ਰੂਮ ਹੋ ਸਕਦਾ ਆ। ਕਾਫੀ ਸਟੂਡੈਂਟ ਆਈ ਥਿੰਕ 20-25 ਸਟੂਡੈਂਟ ਬੈਠੇ ਹੁੰਦੇ ਨੇ ਤੇ ਉਹਨਾਂ ਨੂੰ ਓਪਨ ਹੀ ਲਿਸਨਿੰਗ ਕਰਵਾਉਂਦੇ ਨੇ, ਉਹਨਾਂ ਨੂੰ ਹੈਡਫੋਨ ਨਹੀਂ ਦਿੰਦੇ ਹੈਗੇ। ਸੋ ਬੀ ਕੇਅਰਫੁਲ ਜਦੋਂ ਤੁਸੀਂ ਆਪਣਾ ਕੋਈ ਵੀ ਸੈਂਟਰ ਐਗਜ਼ਾਮ ਦੇਣ ਲਈ ਬੁੱਕ ਕਰਨਾ ਆ ਤਾਂ ਪਹਿਲਾਂ ਇਹ ਚੈੱਕ ਕਰਿਓ ਕਿ ਤੁਹਾਨੂੰ ਹੈਡਫੋਨ ਪ੍ਰੋਵਾਈਡ ਕਰਦੇ ਨੇ ਜਾਂ ਨਹੀਂ ਕਰਦੇ ਹੈਗੇ। ਸੋ ਰਹੀ ਗੱਲ ਸੈਕਿੰਡ ਟਾਈਮ ਜਿੱਥੋਂ ਮੈਂ ਆਇਲਸ ਦੀ ਕੋਚਿੰਗ ਲੈਂਦੀ ਹੁੰਦੀ ਸੀਗੀ ਤੇ ਉਹਨਾਂ ਕੋਲੋਂ ਮੈਂ ਉੱਥੇ ਉਹਨਾਂ ਨੇ ਇੱਕ ਪੇਪਰ ਲਗਾਇਆ ਹੋਇਆ ਸੀਗਾ ਜਿਹਨਾਂ ਦੇ ਉੱਪਰ ਉਹਨਾਂ ਨੇ ਇੰਸਟੀਟਿਊਟ ਲਿਖੇ ਹੋਏ ਸੀਗੇ ਕਿ ਇਹ ਜਿਹੜੇ ਸੈਂਟਰ ਹੈਗੇ ਨੇ ਇਹ ਤੁਹਾਨੂੰ ਹੈਡਫੋਨਸ ਪ੍ਰੋਵਾਈਡ ਕਰਦੇ ਨੇ। ਤੇ ਮੈਂ ਫਿਰ ਉਹਨਾਂ ਦੇ ਵਿੱਚ ਉਹ ਇੱਕ ਸੈਂਟਰ ਨੂੰ ਬੁੱਕ ਕੀਤਾ ਤੇ ਉਹ ਬੁੱਕ ਕਰਕੇ ਮੈਂ ਆਇਲਸ ਦਾ ਐਗਜ਼ਾਮ ਦਿੱਤਾ। ਤੇ ਜਦੋਂ ਮੈਂ ਸੈਕਿੰਡ ਟਾਈਮ ਵੀ ਐਗਜ਼ਾਮ ਦੇਣਾ ਸੀਗਾ ਨਾ ਤਾਂ ਮੇਰਾ ਸੈਕਿੰਡ ਟਾਈਮ ਦੇ ਵਿੱਚ ਪਾਸਪੋਰਟ ਦਾ ਨੰਬਰ ਗਲਤ ਹੋ ਗਿਆ। ਤੇ ਬੀ ਕੇਅਰਫੁਲ ਜਿਹੜਾ ਮੇਰਾ ਪਾਸਪੋਰਟ ਸੀਗਾ ਉਹ 'ਤੇ ਪੈਂਦਾ ਸੀ N ਬਟ ਮੈਂ ਪਾਤਾ ਸੀਗਾ P। ਮੈਂ ਪਾਸਪੋਰਟ ਸਮਝ ਕੇ ਹੀ P ਪਾਤਾ ਸੀਗਾ। ਮੈਂ ਇਹ ਨਹੀਂ ਸੀ ਦੇਖਿਆ ਕਿ ਉਹ 'ਤੇ N ਪੈਂਦਾ ਹੁੰਦਾ, ਕਿਸੇ ਦਾ ਕੋਈ ਵਰਡ ਹੁੰਦਾ ਕਿਸੇ ਦਾ ਕੋਈ ਵਰਡ ਹੁੰਦਾ। ਸੋ ਬੀ ਕੇਅਰਫੁਲ। ਤੇ ਜਦੋਂ ਮੈਂ ਐਗਜ਼ਾਮ ਦੇਣ ਗਈ ਉਹਨਾਂ ਨੇ ਮੈਨੂੰ ਕਿਹਾ ਕਿ ਤੇਰਾ ਤਾਂ ਸਭ ਕੁਝ ਸਹੀ ਆ, ਬਰਥ ਡੇਟ ਵੀ ਸਹੀ ਆ, ਨਾਮ ਵੀ ਸਹੀ ਆ, ਐਵਰੀਥਿੰਗ ਸਹੀ ਆ ਬਟ ਤੇਰਾ ਪਾਸਪੋਰਟ ਦਾ ਫਸਟ ਅੱਖਰ ਗਲਤ ਆ। ਤੇ ਫਿਰ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ। ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਰਿਕੁਐਸਟ ਅੱਗੇ ਵੀ ਕਰ ਦਾਂਗੇ ਤੇ ਅਸੀਂ ਇੱਥੋਂ ਵੀ ਇੰਪਰੂਵ ਕਰ ਦਿੰਦੇ ਹਾਂ ਤੇ ਬਟ ਤੁਹਾਨੂੰ ਆਪਣੇ ਵੱਲੋਂ ਇੱਕ ਮੇਲ ਕਰਨੀ ਪੈਣੀ ਆ। ਸੋ ਮੈਂ ਜਦੋਂ ਘਰ ਆ ਕੇ ਮੈਂ ਮੇਲ ਕੀਤੀ ਬਟ ਉਹਨਾਂ ਨੇ ਆਪਣੇ ਵੱਲੋਂ ਸਾਰਾ ਪ੍ਰੋਸੈਸ ਕਰਤਾ ਸੀਗਾ। ਮੈਂ ਸੈਕਿੰਡ ਟਾਈਮ ਮੈਨੂੰ 5.5 ਬੈਂਡ ਆ ਗਏ ਸੀਗੇ। ਤੁਸੀਂ ਇਹ ਦੇਖੋ ਕਿ ਜਦੋਂ ਮੈਂ ਕੋਚਿੰਗ ਲੈਂਦੀ ਸੀਗੀ ਉਦੋਂ ਮੈਨੂੰ 5 ਬੈਂਡ ਹੀ ਆਏ ਸੀਗੇ। ਜਦੋਂ ਮੈਂ ਘਰ ਬੈਠ ਕੇ ਖੁਦ ਹੀ ਪ੍ਰੈਕਟਿਸ ਕੀਤੀ ਉਦੋਂ ਮੈਨੂੰ 5.5 ਬੈਂਡ ਆਏ। ਕਿਉਂ
क्योंकि मेरा टू मच हार्ड वर्क सीगा। ਤੇ ਜਿਹੜਾ ਮਟੀਰੀਅਲ ਹੁੰਦਾ ਆ ਸਾਨੂੰ ਇਹ ਟੈਨਸ਼ਨ ਹੁੰਦੀ ਆ ਵੇਅਰ ਵੀ ਕੈਨ ਗੈਟ ਮਟੀਰੀਅਲ ਫॉर IELTS exam, how we can do at home. We think we don't have a material, how we can practice at home. You can get free from online. Google is everywhere. You can download from Google. There are lots of websites which are provided IELTS material. Like we have a problem with reading we can get. There are lots of websites where you can get reading material, even academic and journal. You can free download and you can even print if that's your wish what you want. And listening is you can do by YouTube have a lots of channels which are provided IELTS listening exams. ਜਦੋਂ ਅਸੀਂ listening ਵਾਲਾ ਮੋਡਿਊਲ ਕੰਪਲੀਟ ਕਰ ਲੈਂਦੇ ਆ then they show us answers. We can check how many we got a band, how many are correct. So ਅਸੀਂ ਲਾਸਟ ਦੇ ਵਿੱਚ ਚੈੱਕ ਕਰ ਸਕਦੇ ਹੁੰਦੇ ਆ ਕਿ ਸਾਨੂੰ ਕਿੰਨੇ ਬੈਂਡ ਆਏ ਨੇ, ਸਾਡੇ ਕਿੰਨੇ ਸਹੀ ਹੋਏ ਨੇ। ਤੇ ਰਹੀ ਗੱਲ ਫਿਰ ਜਿਹੜੀ ਰਾਈਟਿੰਗ ਹੁੰਦੀ ਆ, ਰਾਈਟਿੰਗ ਵੀ ਅਸੀਂ ਕਰ ਸਕਦੇ ਹਾਂ। ਆਪਣੇ ਆਪ 'ਤੇ ਕੌਨਫੀਡੈਂਸ ਰੱਖਣਾ ਚਾਹੀਦਾ ਆ। ਤੁਹਾਨੂੰ ਪਤਾ ਆ ਕਿ ਤੁਸੀਂ ਕਰ ਸਕਦੇ ਹੋ। ਜੇ ਤੁਹਾਨੂੰ ਇੰਗਲਿਸ਼ ਲਿਖਣੀ ਬੋਲਣੀ ਸਮਝ ਨਹੀਂ ਆਉਂਦਾ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਰਾਈਟਿੰਗ ਦਾ ਸਾਨੂੰ ਇਹ ਹੁੰਦਾ ਕਿ ਸਾਡਾ ਚੈੱਕ ਕੌਣ ਕਰੂਗਾ, ਥੋੜੀ ਪ੍ਰੋਬਲਮ ਹੁੰਦੀ ਆ। ਬਟ ਆਪਾਂ ਇੰਡੀਆ ਤੋਂ ਸਭ ਕੁਝ ਸਿੱਖਿਆ ਹੁੰਦਾ ਹੈ ਹਨਾ। ਜਿਨ੍ਹਾਂ ਨੇ ਨਹੀਂ ਸਿੱਖਿਆ ਹੈਗਾ ਉਹ ਤਾਂ ਚਲੋ ਸਿੱਖ ਰਹੇ ਨੇ, ਬਟ ਆਪਾਂ ਜਦੋਂ ਇੱਥੇ ਕਰਕੇ ਆਏ ਹੋਏ ਆ ਆਪਾਂ ਨੂੰ ਪਤਾ ਹੁੰਦਾ ਵੀ ਕਿਹੜਾ ਕੰਮ ਕਿੱਦਾਂ ਕਰਨਾ ਆ। ਤੇ ਰਾਈਟਿੰਗ ਵੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਤੁਸੀਂ ਆਨਲਾਈਨ ਗੂਗਲ ਦੇ ਉੱਪਰ ਜੋ ਕੁਝ ਮਰਜ਼ੀ ਸਰਚ ਕਰੋ, ਤਾਂ ਤੁਹਾਨੂੰ ਰਾਈਟਿੰਗ ਦੇ ਟਾਸਕ ਚਾਹੀਦੇ ਨੇ। ਯੂ ਕੈਨ ਗੈਟ ਐਵਰੀਥਿੰਗ ਫਰੋਮ ਗੂਗਲ। ਤੁਸੀਂ ਕੋਈ ਵੀ ਟਾਸਕ ਚੱਕ ਸਕਦੇ ਹੋ ਗੂਗਲ ਦੇ ਉੱਪਰੋਂ। ਫਿਰ ਰਹੀ ਗੱਲ ਉਹਦੀ ਸਪੀਕਿੰਗ ਦੀ ਵੀ ਤੁਸੀਂ ਕੋਈ ਵੀ ਟਾਸਕ ਗੂਗਲ ਦੇ ਉੱਪਰੋਂ ਸਰਚ ਕਰ ਸਕਦੇ ਹੋ। ਗੱਲ ਤਾਂ ਆਉਂਦੀ ਆ ਕਿ ਤੁਸੀਂ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਜਾਂ ਨਹੀਂ ਕਰਨਾ ਚਾਹੁੰਦੇ। ਇਫ ਯੂ ਵਾਂਟ ਡੂ ਹਾਰਡ ਵਰਕ then you can get material from anywhere. And there are lots of websites which are provided free material for IELTS exam. So don't spend money for coaching. You can do at home to practice. ਆਪਣੇ ਘਰ ਵਿੱਚ ਰਹਿ ਕੇ ਜਿੱਦਾਂ ਮਰਜ਼ੀ ਪ੍ਰੈਕਟਿਸ ਕਰ ਸਕਦੇ ਹੋ। ਗੱਲ ਸਾਡੇ ਆਪਣੇ ਆਪ 'ਤੇ ਆ ਜਾਂਦੀ ਹੈ ਕਿ ਅਸੀਂ ਆਪਣਾ ਕਿੰਨਾ ਕੁ ਟਾਈਮ IELTS ਨੂੰ ਦੇਣਾ ਆ, ਕਿੰਨਾ ਕੁ ਟਾਈਮ ਅਸੀਂ ਇੰਗਲਿਸ਼ ਨੂੰ ਦੇਣਾ ਆ। ਮੋਸਟਲੀ ਅਸੀਂ ਜ਼ਿਆਦਾ ਇਹ ਸੋਚਦੇ ਹਾਂ ਕਿ ਸਾਡੀ ਇੰਗਲਿਸ਼ ਸਹੀ ਨਹੀਂ ਹੈਗੀ ਤੇ ਸਾਨੂੰ IELTS ਵਿੱਚੋਂ ਬੈਂਡ ਨਹੀਂ ਆਉਣੇ ਹੈਗੇ। ਬਟ ਜੇ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਤੁਸੀਂ ਬੈਂਡ ਲੈ ਸਕਦੇ ਹੋ। ਮੈਨੂੰ 5.5 ਤੱਕ ਕੀ ਮੈਨੂੰ 5 ਬੈਂਡ ਦੀ ਵੀ ਉਮੀਦ ਨਹੀਂ ਸੀ ਹੁੰਦੀ ਕਿ ਮੈਨੂੰ 5 ਬੈਂਡ ਵੀ ਆ ਜਾਣਗੇ। ਮੇਰੇ ਟੀਚਰ ਮੇਰੇ ਤੇ ਹੱਸਦੇ ਹੁੰਦੇ ਸੀ ਕਿ ਤੈਨੂੰ 4.5 ਬੈਂਡ ਵੀ ਮਸਾਂ ਹੀ ਆਉਣੇ ਨੇ, ਜੇ ਆਏ ਤਾਂ ਉਹ ਨਹੀਂ ਆਈ ਥਿੰਕ ਆਉਣੇ ਹੈਗੇ। ਬਟ ਕਿਵੇਂ ਨਾ ਕਿਵੇਂ ਕਰਕੇ ਜਦੋਂ ਜਿੱਦ ਹੁੰਦੀ ਹੈ ਇਨਸਾਨ ਦੀ ਜਿੱਦ ਉਸ ਤੋਂ ਕੁਝ ਵੀ ਕਰਵਾ ਦਿੰਦੀ ਆ। ਤੇ ਮੈਨੂੰ ਹਰ ਵਾਰੀ 5.5 ਆ ਜਾਂਦੇ ਸੀਗੇ। ਬਟ ਜਦੋਂ ਮੈਂ ਇੱਥੇ ਕੈਨੇਡਾ ਦੇ ਵਿੱਚ ਫਸਟ ਟਾਈਮ ਦਿੱਤਾ ਸੀਗਾ ਤਾਂ ਮੈਨੂੰ ਉਦੋਂ 5 ਜ਼ਰੂਰ ਰਹਿ ਗਏ ਸੀਗੇ, ਕਿਉਂਕਿ ਮੇਰੀ ਉਦੋਂ ਰੀਡਿੰਗ ਨਹੀਂ ਸੀ ਵਧੀਆ ਹੋਈ ਤੇ ਲਿਸਨਿੰਗ ਨਹੀਂ ਸੀ ਵਧੀਆ ਹੋਈ, ਬਾਕੀ ਸਭ ਵਧੀਆ ਹੋਇਆ ਸੀਗਾ। ਤੇ ਮੇਰੇ ਨਾਲ ਇੱਕ ਬੜਾ ਵਧੀਆ ਹੋਇਆ ਸੀਗਾ ਜਦੋਂ ਮੈਂ ਫਸਟ ਟਾਈਮ ਐਗਜ਼ਾਮ ਦਿੱਤਾ ਸੀਗਾ ਤੇ ਉਹਦੇ ਵਿੱਚ ਮੈਨੂੰ ਜਿਹੜਾ ਟੌਪਿਕ ਆਇਆ ਸੀਗਾ ਸਪੀਕਿੰਗ ਦੇ ਵਿੱਚ, ਜਦੋਂ ਮੈਂ ਸੈਕਿੰਡ ਟਾਈਮ ਸਪੀਕਿੰਗ ਦਾ ਟੈਸਟ ਦਿੱਤਾ ਸੀਗਾ ਉਹਦੇ ਵਿੱਚ ਮੈਨੂੰ ਸੇਮ ਟੌਪਿਕ ਆਇਆ ਸੀਗਾ। ਮੈਂ ਸਰਪ੍ਰਾਈਜ਼ ਸੀਗੀ ਕਿ ਦੋਨੋਂ ਟੌਪਿਕ ਮੈਨੂੰ ਪੁੱਛੇ ਗਏ ਨੇ, ਸੇਮ ਟੌਪਿਕ ਸੀਗੇ। ਸੋ ਇਹ ਕਿਸੇ ਨਾਲ ਹੀ ਹੁੰਦਾ ਆ। ਮੇਬੀ ਮੈਂ ਲੱਕੀ ਸੀਗੀ ਕਿ ਮੈਨੂੰ ਸੇਮ ਟੌਪਿਕ ਆਇਆ ਕਿ ਮੈਂ ਉਦੋਂ ਕੁਝ ਜ਼ਿਆਦਾ ਸੋਚਿਆ ਸੀਗਾ ਕਿ ਮੈਨੂੰ ਇਹ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ। ਵੈਸੇ ਵੀ ਮੈਂ ਬਹੁਤ ਜ਼ਿਆਦਾ ਘੱਟ ਘੁੰਮੀ ਫਿਰੀ ਕਰਕੇ ਮੈਨੂੰ ਇਹਨਾਂ ਪਤਾ ਨਹੀਂ ਸੀਗਾ। ਬਟ ਜਿੰਨਾ ਕੁ ਮੈਂ ਸਿੱਖੀ ਆ ਆਪਣੀ ਲਾਈਫ ਦੇ ਵਿੱਚ, ਮੈਂ ਖੁਦ ਪ੍ਰੈਕਟਿਸ ਕਰਕੇ ਖੁਦ ਹੀ ਘਰ ਬੈਠ ਕੇ ਸਾਰਾ ਕੁਝ ਸਿੱਖੀ ਆ। ਇੱਥੇ ਅਸੀਂ ਕੈਨੇਡਾ ਦੇ ਵਿੱਚ ਆਉਂਦੇ ਹਾਂ, ਅਸੀਂ ਬਹੁਤ ਜ਼ਿਆਦਾ ਸਪੈਂਡ ਮਨੀ ਕਰਦੇ ਹਾਂ। ਸਾਨੂੰ ਇੱਦਾਂ ਹੁੰਦਾ ਕਿ ਸਾਨੂੰ ਕੋਈ IELTS ਐਗਜ਼ਾਮ ਦੇ ਲਈ ਕੋਚਿੰਗ ਦੇਵੇ, ਸਾਨੂੰ ਪਤਾ ਲੱਗੇ। ਬਟ ਤੁਸੀਂ YouTube ਦੇ ਉੱਪਰ ਕੁਝ ਵੀ ਸਰਚ ਕਰ ਸਕਦੇ ਹੋ। ਬਹੁਤ ਲੋਕ ਨੇ ਜਿਹੜੇ ਸਾਨੂੰ IELTS ਦੀ ਪ੍ਰੀਪਰੇਸ਼ਨ ਕਰਵਾਉਂਦੇ ਨੇ, ਜਿਹੜੇ ਸਾਨੂੰ ਬਹੁਤ ਕੁਝ ਦੱਸਦੇ ਨੇ। ਸੋ ਤੁਸੀਂ ਆਨਲਾਈਨ ਵੀ ਸਭ ਕੁਝ ਚੈੱਕ ਕਰ ਸਕਦੇ ਹੋ। ਜਿਨ੍ਹਾਂ ਦੀ ਇੰਗਲਿਸ਼ ਬਹੁਤ ਜ਼ਿਆਦਾ ਵਧੀਆ ਆ, ਜਿਨ੍ਹਾਂ ਨੂੰ ਲੱਗਦਾ ਆ ਕਿ ਤੁਹਾਨੂੰ ਇਹਨੇ ਬੈਂਡ ਲੈਣੇ ਨੇ, ਤਾਂ ਤੁਸੀਂ ਇੱਕ ਵਾਰ ਜ਼ਰੂਰ YouTube ਦੇ ਉੱਪਰ ਸਰਚ ਮਾਰਿਓ, ਗੂਗਲ ਦੇ ਉੱਪਰ ਸਰਚ ਮਾਰਿਓ, ਤੁਹਾਨੂੰ ਸਭ ਕੁਝ ਉੱਥੇ ਮਿਲ ਜੂਗਾ। ਡੋਂਟ ਸਪੈਂਡ ਟੂ ਮਚ ਟਾਈਮ, ਕਿਉਂਕਿ ਇੱਥੇ ਇੱਕ ਤਾਂ ਅਸੀਂ ਟਾਈਮ ਵੀ ਬਹੁਤ ਜ਼ਿਆਦਾ ਸਪੈਂਡ ਕਰਦੇ ਹਾਂ। ਅਸੀਂ ਸਿਰਫ ਤੇ ਇੱਕ ਪ੍ਰੈਕਟਿਸ ਕਰਨ ਲਈ ਜਾਂਦੇ ਹੁੰਦੇ ਹਾਂ, ਕੋਚਿੰਗ ਲੈਣ ਦੇ ਲਈ। ਜਦ ਅਸੀਂ ਕੋਚਿੰਗ ਲੈਂਦੇ ਹੁੰਦੇ ਹਾਂ ਤਾਂ ਸਿਰਫ ਅਸੀਂ ਇੱਕ ਪ੍ਰੈਕਟਿਸ ਕਰਨ ਜਾਂਦੇ ਹੁੰਦੇ ਹਾਂ।
ਉੱਥੋਂ ਦੇ ਟੀਚਰ ਮੇ ਵੀ ਕੋਈ ਤੁਹਾਨੂੰ ਕੁਝ ਦੱਸਦਾ ਹੋ ਵਧੀਆ, ਬਟ ਕੋਈ ਤੁਹਾਨੂੰ ਨਹੀਂ ਸਮਝਾਉਂਦਾ ਹੁੰਦਾ। ਉਹਨਾਂ ਨੂੰ ਪਤਾ ਹੁੰਦਾ ਇਹਨਾਂ ਨੇ ਕਿ ਇਹਨਾਂ ਨੇ ਆਲਰੇਡੀ ਪਾਸ ਕੀਤਾ ਹੋਇਆ, ਇਹਨਾਂ ਦੇ ਬੈਂਡ ਆ ਜਾਣਗੇ। ਸੋ ਮੇਰਾ ਆਪਣਾ ਖੁਦ ਦਾ ਐਕਸਪੀਰੀਅੰਸ ਹੈਗਾ ਆ, ਮੈਂ ਉਹ ਸ਼ੇਅਰ ਕੀਤਾ ਆ। ਸੋ ਮੇਰਾ IELTS ਦਾ ਐਕਸਪੀਰੀਅੰਸ ਵਧੀਆ ਰਿਹਾ ਆ, ਬਟ ਮੈਂ ਆਪਣੀ ਖੁਦ ਪ੍ਰੈਕਟਿਸ ਕੀਤੀ ਆ। ਜਦੋਂ ਮੈਂ ਫਸਟ ਟਾਈਮ ਕੋਚਿੰਗ ਲਈ ਸੀਗੀ ਤਾਂ ਮੇਰੇ ਬੈਂਡ ਵਧੀਆ ਨਹੀਂ ਆਏ ਸੀਗੇ, ਮੇਰੇ 5 ਹੀ ਬੈਂਡ ਰਹਿ ਗਏ ਸੀਗੇ। ਬਟ ਫਿਰ ਮੈਂ ਸੈਕਿੰਡ ਟਾਈਮ ਘਰ ਬੈਠ ਕੇ ਖੁਦ ਹੀ ਪ੍ਰੈਕਟਿਸ ਕੀਤੀ। ਲਿਸਨਿੰਗ ਮੈਂ YouTube ਤੋਂ ਕਰਦੀ ਹੁੰਦੀ ਸੀ, ਰਾਈਟਿੰਗ ਦੇ ਮੈਂ ਟੌਪਿਕ ਕਰ ਲੈਂਦੀ ਹੁੰਦੀ ਸੀਗੀ, ਅਤੇ ਉਸ ਤੋਂ ਬਾਅਦ ਜਿਹੜੀ ਸਪੀਕਿੰਗ ਹੁੰਦੀ ਸੀਗੀ ਉਹ ਵੀ ਸ਼ੀਸ਼ੇ ਮੂਹਰੇ ਖੜ੍ਹ ਕੇ ਖੁਦ ਹੀ ਬੋਲਦੀ ਹੁੰਦੀ ਸੀਗੀ। ਅਤੇ ਰਹੀ ਗੱਲ ਰੀਡਿੰਗ ਦੀ ਮੈਂ ਬਹੁਤ ਸਾਰੀਆਂ ਡਾਊਨਲੋਡਸ ਕਰ ਲਈਆਂ ਸੀਗੀਆਂ। ਲਈ ਫਿਰ ਮੈਂ ਪ੍ਰੈਕਟਿਸ ਇੱਦਾਂ ਹੀ ਕਰਦੀ ਹੁੰਦੀ ਸੀ ਕਿ ਲੈਪਟਾਪ 'ਤੇ ਹੀ ਦੇਖ ਕੇ, ਮੈਂ ਪ੍ਰਿੰਟ ਵੀ ਨਹੀਂ ਸੀ ਕਢਵਾਏ, ਲੈਪਟਾਪ 'ਤੇ ਦੇਖ ਕੇ ਹੀ ਕਰਦੀ ਹੁੰਦੀ ਸੀਗੀ। ਬਟ ਫਿਰ ਵੀ ਮੈਨੂੰ ਜਿੰਨੇ ਬੈਂਡ ਚਾਹੀਦੇ ਸੀਗੇ ਉਹ ਤੋਂ ਥੋੜ੍ਹੇ ਜ਼ਿਆਦਾ ਹੀ ਆਇਆ। 5 ਚਾਹੀਦੇ ਸੀਗੇ ਤਾਂ ਮੈਨੂੰ 5.5 ਆ ਗਏ ਸੀਗੇ। ਵੈਸੇ 6 ਤੱਕ ਮੈਂ ਚਲੇ ਜਾਣਾ ਸੀਗਾ, ਬਟ ਮੇਰੇ ਰੀਡਿੰਗ ਦੇ ਵਿੱਚੋਂ ਹਮੇਸ਼ਾ ਬੈਂਡ ਘੱਟ ਜਾਂਦੇ ਨੇ, ਤਾਂ ਰੀਡਿੰਗ ਦੇ ਵਿੱਚੋਂ ਮੇਰੇ 5 ਬੈਂਡ ਹੀ ਆ ਗਏ ਸੀਗੇ। ਬਟ ਬਾਕੀਆਂ ਦੇ ਵਿੱਚੋਂ ਮੇਰੇ ਆਲਮੋਸਟ 6 ਤੱਕ ਸਾਰਿਆਂ ਦੇ ਆ ਗਏ ਸੀਗੇ। ਰੀਡਿੰਗ ਹਮੇਸ਼ਾ ਮੈਨੂੰ ਮਾਰ ਦਿੰਦੀ ਹੁੰਦੀ ਸੀਗੀ ਕਿ ਤੇਰੀ ਜਾਨ ਖਾ ਜਾਣੀ ਆ ਰੀਡਿੰਗ ਨੇ, ਬਟ ਫਿਰ ਵੀ ਮੈਂ ਕਲੀਅਰ ਕਰ ਲਿਆ ਸੀਗਾ। ਸੋ ਬੀ ਪੋਜ਼ਿਟਿਵ, ਡੋਂਟ ਲੂਜ਼ ਯੂਰ ਹੋਪ, ਐਵਰੀ ਟਾਈਮ ਬੀ ਪੋਜ਼ਿਟਿਵ। ਐਂਡ ਜੋ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਹਾਸਿਲ ਕਰਨਾ ਤਾਂ ਤੁਸੀਂ ਜ਼ਰੂਰ ਹਾਸਿਲ ਕਰਕੇ ਰਹਿੰਦੇ ਹੋ। ਤਾਂ ਹਮੇਸ਼ਾ ਆਪਣੇ ਆਪ ਨੂੰ ਇੱਕ ਪੋਜ਼ਿਟਿਵ ਵੇ ਨਾਲ ਸੋਚਿਆ ਕਰੋ। ਹਰ ਵਾਰ ਆਪਣੇ ਆਪ ਨੂੰ ਇੱਕ ਪੋਜ਼ਿਟਿਵ ਥਾਂ 'ਤੇ ਹੀ ਰੱਖਿਆ ਕਰੋ ਕਿ ਲੋਕ ਤੁਹਾਨੂੰ ਕਹਿੰਦੇ ਨੇ ਕਿ ਤੂੰ ਨਹੀਂ ਕਰ ਸਕਦਾ ਹੈਗਾ, ਤਾਂ ਤੁਸੀਂ ਉਹਨਾਂ ਨੂੰ ਜ਼ਰੂਰ ਕਰਕੇ ਦਿਖਾਓ। ਸੋ ਆਪਣੇ ਆਪ ਦੇ ਵਿੱਚ ਇੱਕ ਪੋਜ਼ਿਟਿਵ ਐਟੀਟਿਊਡ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਮੇਰਾ IELTS ਐਗਜ਼ਾਮ ਦਾ ਐਕਸਪੀਰੀਅੰਸ ਸੀਗਾ ਕੈਨੇਡਾ ਦੇ ਵਿੱਚ। ਸੋ ਹੋਪਲੀ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਊਗੀ, ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸੋ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ।